Hello students, how are you? आज ਅਸੀਂ ਕਰਨ ਜਾ ਰਹੇ ਹਾਂ lesson 11th My Dear Soldiers. This is a very beautiful poem written by Dr. APJ Abdul Kalam. ਅਬਦੁਲ ਕਲਾਮ ਜੀ ਜੋ ਕਿ ਸਾਡੇ ਦੇਸ਼ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਹਨ। ਪ੍ਰੋਫੈਸ਼ਨਲੀ ਉਹ ਇੱਕ ਐਰੋਸਪੇਸ ਸਾਇੰਟਿਸਟ ਸਨ ਜਿਨ੍ਹਾਂ ਨੂੰ ਕਿ ਮਿਸਲ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਸੀ। ਇੰਡੀਅਨ ਆਰਮੀ ਨਾਲ ਉਹਨਾਂ ਦਾ ਖਾਸ ਲਗਾਵ ਸੀ। ਇੰਡੀਅਨ ਆਰਮੀ ਦੀ ਸ਼ਸਤਰਬੱਧਤਾ ਦਾ ਮਿਆਰ ਉੱਚਾ ਚੱਕਣ ਲਈ ਉਹਨਾਂ ਨੇ ਖਾਸ ਉਪਰਾਲੇ ਕੀਤੇ। ਇਸ ਪੋਇਮ ਦੇ ਵਿੱਚ ਵੀ ਉਹ ਆਪਣੇ ਦੇਸ਼ ਦੇ ਸੈਨਿਕਾਂ ਪ੍ਰਤੀ ਆਪਣੇ ਆਦਰ ਸਤਿਕਾਰ ਪਿਆਰ ਨੂੰ ਜ਼ਾਹਿਰ ਕਰਦੇ ਹਨ। ਸੋ ਆਓ ਪੋਇਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕਰਦੇ ਹਾਂ ਐਕਟੀਵਿਟੀ ਫਸਟ, ਜਿਹਦੇ ਵਿੱਚ ਅਸੀਂ ਨਵੇਂ-ਨਵੇਂ ਵਰਡ ਸਿੱਖਾਂਗੇ, ਉਹਨਾਂ ਦੇ ਮੀਨਿੰਗ, ਉਹਨਾਂ ਦੇ ਪ੍ਰੋਨਾਂਸੀਏਸ਼ਨਸ ਸਿੱਖਾਂਗੇ। ਫਸਟ, ਡਿਫੈਂਡਰਸ ਰਖਵਾਲੇ, ਬਾਰਡਰ ਸਰਹੱਦ, ਡੀਡ ਕੰਮ, ਵਿੰਡੀ ਹਵਾਦਾਰ, ਸਕॉर्चिंग ਝੁਲਸਾ ਦੇਣ ਵਾਲੀ, ਸਵੈਲਟਰਿੰਗ ਤਪਦੀ, ਟ੍ਰੈਡਿੰਗ ਅੱਗੇ ਵੱਲ ਵਧਣਾ, ਮਾਰਸ਼ਿਸ ਦਲਦਲ, ਸਰਵੇਲੈਂਸ ਨਿਗਰਾਨੀ, ਵਾਈਬ੍ਰੇਟ ਕੰਪਨ। ਲੈਟਸ ਰੀਡ ਦ ਪੋਇਮ। ਓ ਡਿਫੈਂਡਰਸ ਆਫ ਬਾਰਡਰਸ, ਕਿ ਇਹ ਸਾਡੀਆਂ ਸਰਹੱਦਾਂ ਦੇ ਰਖਵਾਲਿਓ। ਯੂ ਆਰ ਗ੍ਰੇਟ ਸਨਸ ਆਫ ਮਾਈ ਲੈਂਡ, ਤੁਸੀਂ ਮੇਰੀ ਧਰਤੀ ਮਾਤਾ ਦੇ ਮਹਾਨ ਸਪੂਤ ਹੋ। ਵੈਨ ਵੀ ਆਰ ਆਲ ਅਸਲੀਪ, ਜਦੋਂ ਅਸੀਂ ਸਾਰੇ ਸੁੱਤੇ ਹੁੰਦੇ ਹਾਂ। ਯੂ ਸਟਿਲ ਹੋਲਡ ਔਨ ਟੂ ਯੂਰ ਡੀਡ, ਤੁਸੀਂ ਉਦੋਂ ਵੀ ਆਪਣੇ ਕੰਮ ਦੇ ਨਾਲ ਆਪਣੀ ਡਿਊਟੀ ਦੇ ਨਾਲ ਚਿਪਕੇ ਰਹਿੰਦੇ ਹੋ। ਵਿੰਡੀ ਸੀਜ਼ਨ ਔਰ ਸਨੋਈ ਡੇਜ਼, ਚਾਹੇ ਤੇਜ਼ ਹਵਾਵਾਂ ਦਾ ਸੀਜ਼ਨ ਹੋਵੇ ਜਾਂ ਬਰਫੀਲੇ ਦਿਨ ਹੋਣ, ਔਰ ਸਕॉर्चिंग ਸਨਸ ਸਵੈਲਟਰਿੰਗ ਰੇਜ਼, ਜਾਂ ਝੁਲਸਾ ਦੇਣ ਵਾਲੀ ਧੁੱਪ ਦੀਆਂ ਉਹ ਤਪਦੀਆਂ ਕਿਰਨਾਂ ਹੋਣ। ਯੂ ਆਰ ਦੇਅਰ ਗਾਰਡਿੰਗ ਆਲ ਦ ਟਾਈਮ ਅਵੇਕ, ਤੁਸੀਂ ਫਿਰ ਵੀ ਉਹਨਾਂ ਸਰਹੱਦਾਂ ਤੇ ਡਟੇ ਹੁੰਦੇ ਹੋ ਸਾਰਾ ਸਮਾਂ ਜਾਗਦੇ ਹੋਏ। ਟ੍ਰੈਡਿੰਗ ਦ ਲੋਨਲੀ ਐਕਸਪੈਂਸਿਸ ਐਜ਼ ਯੋਗੀਜ਼, ਤੇ ਯੋਗੀਆਂ ਵਾਂਗ ਕਿੰਨੀ ਹੀ ਧਰਤੀ ਦੇ ਵਿਸਤਾਰੇ ਨੂੰ ਪੈਦਲ ਚੱਲ ਕੇ ਪਾਰ ਕਰਦੇ ਹੋ। ਕਲਾਈਂਬਿੰਗ ਦ ਹਾਈਟਸ ਔਰ ਸਟਰਾਈਡਿੰਗ ਦ ਵੈਲੀਜ਼, ਫਿਰ ਚਾਹੇ ਗੱਲ ਹੋਵੇ ਉੱਚੀਆਂ ਪਹਾੜੀਆਂ ਦੀ ਚੜ੍ਹਾਈ ਚੜ੍ਹਨ ਦੀ ਜਾਂ ਪਹਾੜੀਆਂ ਦੀਆਂ ਘਾਟੀਆਂ ਨੂੰ ਪਾਰ ਕਰਨ ਦੀ। ਡਿਫੈਂਡਿੰਗ ਦ ਡੈਜ਼ਰਟ ਗਾਰਡਿੰਗ ਦ ਮਾਰਸ਼ਿਸ, ਰੇਗਿਸਤਾਨ ਨੂੰ ਬਚਾਉਣ ਦੀ, ਦਲਦਲਾਂ ਦੀ ਰੱਖਿਆ ਕਰਨ ਦੀ। ਸਰਵੇਲੈਂਸ ਇਨ ਸੀਜ਼ ਐਂਡ ਬਾਈ ਸਿਕਿਉਰਿੰਗ ਦ ਏਅਰ, ਸਮੁੰਦਰਾਂ ਦੀ ਨਿਗਰਾਨੀ ਕਰਦੇ ਹੋਏ ਅਤੇ ਸਾਡੇ ਦੇਸ਼ ਨੂੰ ਆਕਾਸ਼ੀ ਖਤਰੇ ਤੋਂ ਸੁਰੱਖਿਅਤ ਕਰਦੇ ਹੋਏ। ਪ੍ਰਾਈਮ ਆਫ ਯੂਰ ਯੂਥ ਗਿਵਨ ਟੂ ਦ ਨੇਸ਼ਨ, ਤੁਸੀਂ ਆਪਣੀ ਜਵਾਨੀ ਦਾ ਅਣਮੁੱਲਾ ਸਮਾਂ ਦੇਸ਼ ਲਈ ਕੁਰਬਾਨ ਕਰਦੇ ਹੋ। ਵਿੰਡ ਚਾਈਮ of my land vibrate your feet, ਮੇਰੀ ਧਰਤੀ ਦੀ ਪਵਨ ਚਨਕਾਰ ਤੁਹਾਡੇ ਸਾਹਸ ਭਰੇ ਵੀਰਤਾ ਭਰੇ ਕਾਰਨਾਮਿਆਂ ਅੱਗੇ ਸਜਦਾ ਕਰਦੀ ਹੈ। We pray for you brave men, ਹੇ ਬਹਾਦਰ ਸਾਥੀਓ ਅਸੀਂ ਤੁਹਾਡੇ ਲਈ ਅਰਦਾਸ ਕਰਦੇ ਹਾਂ। May the Lord bless you all, ਰੱਬ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ। Activity second, write synonyms of the following words, ਹੇਠਾਂ ਦਿੱਤੇ ਸ਼ਬਦਾਂ ਦੇ ਸਮਾਨਾਰਥਕ ਸ਼ਬਦ ਲਿਖੋ। very hot ਬਹੁਤ ਗਰਮ, scorching protect ਸੁਰੱਖਿਆ ਦੇਣੀ, defend ਕਰਨਾ। next read the following pairs of words carefully, ਸੋ ਹੇਠਾਂ ਕੁਝ ਪੇਅਰਸ ਦਿੱਤੇ ਹੋਏ ਹਨ ਵਰਡਸ ਦੇ, ਇਹਨਾਂ ਨੂੰ ਆਪਾਂ ਧਿਆਨ ਨਾਲ ਪੜ੍ਹਨਾ ਹੈ। ਫਸਟ ਹੈ ਗ੍ਰੇਟ ਸਨਸ, ਮਹਾਨ ਸਪੂਤ। ਵਿੰਡੀ ਸੀਜ਼ਨ, ਤੇਜ਼ ਹਵਾਵਾਂ ਚੱਲਣ ਵਾਲਾ ਮੌਸਮ। ਸਨੋਈ ਡੇਜ਼, ਬਰਫੀਲੇ ਦਿਨ। ਸਕॉर्चिंग ਸਨ, ਕੜਕਦੀ ਧੁੱਪ। all the highlighted words are adjectives, ਜਿਹੜੇ ਵੀ ਇਹ words highlight ਕੀਤੇ ਹੋਏ ਹਨ ਇਹ ਸਾਰੇ ਕੀ ਹਨ? adjectives, and the partner words are nouns, ਤੇ ਉਹਨਾਂ ਦੇ ਨਾਲ ਜਿਹੜੇ words ਜੋ highlighted ਨਹੀਂ ਹਨ ਉਹ ਕੀ ਨੇ? nouns ਹਨ। sometimes adjectives can be changed to nouns, ਕਦੀ ਕਦੀ ਇੱਦਾਂ ਵੀ ਹੁੰਦਾ ਕਿ ਜਿਹੜੇ ਐਡਜੈਕਟਿਵ ਹੁੰਦੇ ਨੇ ਉਹ ਨਾਊਨ ਦੇ ਵਿੱਚ ਚੇਂਜ ਹੋ ਜਾਂਦੇ ਨੇ। ਓਕੇ, ਫੋਰ ਐਗਜ਼ਾਮਪਲ ਬਿਊਟੀਫੁਲ ਇਜ਼ ਐਨ ਐਡਜੈਕਟਿਵ, ਬਿਊਟੀਫੁਲ ਇੱਕ ਐਡਜੈਕਟਿਵ ਹੈ, ਠੀਕ ਹੈ। ਸ਼ੀ ਇਜ਼ ਅ ਬਿਊਟੀਫੁਲ ਗਰਲ, ਤੇ ਜੇ ਇਹਨੂੰ ਅਸੀਂ ਨਾਊਨ ਬਣਾਉਣਾ ਹੋਵੇ ਤਾਂ ਬਿਊਟੀਫੁਲ ਦਾ ਨਾਊਨ ਕੀ ਬਣ ਜਾਏਗਾ? ਦ ਨਾਊਨ ਫਰੋਮ ਦ ਐਡਜੈਕਟਿਵ ਬਿਊਟੀਫੁਲ ਇਜ਼ ਬਿਊਟੀ। ਓਕੇ, ਸੋ ਇਸ ਤਰ੍ਹਾਂ ਐਡਜੈਕਟਿਵਸ ਦੇ ਆਪਾਂ ਨਾਊਨਸ ਬਣਾ ਸਕਦੇ ਹਾਂ। ਆ ਜਾਓ ਆਪਾਂ ਐਕਟੀਵਿਟੀ 3 ਦੇ ਵਿੱਚ ਕੁਝ ਇੱਦਾਂ ਦੀਆਂ ਐਗਜ਼ਾਮਪਲਸ ਸਮਝਦੇ ਹਾਂ ਜਿਨ੍ਹਾਂ ਸਾਨੂੰ ਪਤਾ ਚੱਲੇਗਾ ਕਿ ਆਪਾਂ ਡਿਫਰੈਂਟ ਐਡਜੈਕਟਿਵਸ ਨੂੰ ਨਾਊਨਸ ਦੇ ਵਿੱਚ ਕਿੱਦਾਂ ਚੇਂਜ ਕਰ ਸਕਦੇ ਹਾਂ।
सब तो पहला स्ट्रोंग ताकतवर, ही इज अ स्ट्रोंग बॉय, ठीक है, वो ताकतवर है पर उस दी ताकत, सो इत्थे ताकत की हो गया, नाउन हो गया, ओके। सो जो ਉਹਦੇ ਕੋਲ ਚੀਜ਼ ਆ ਸੀ ਉਹਨੇ ਇੱਕ ਨਾਮ ਦਿੱਤਾ ਤਾਕਤ। ਇੰਗਲਿਸ਼ ਵਿੱਚ ਹੋਏਗਾ ਸਟਰੈਂਥ। ਸੈਕਿੰਡ ਐਕਟਿਵ, ਇਹਦੇ ਕਈ ਬਣ ਸਕਦੇ ਹਨ, ਐਕਟ, ਐਕਸ਼ਨ, ओके, एक्टिविटी कुछ भी हो सकता है। थर्ड रिच, रिचनेस। नेक्स्ट वाइज, विजडम, ठीक है, सियाणप। आगे है लॉयल, लॉयल्टी। नेक्स्ट केयरफुल, केयरफुलनेस। काइंड, काइंडनेस। हैप्पी, हैप्पीनेस। गुड, गुडनेस। फेथफुल, फेथफुलनेस। नेक्स्ट एक्टिविटी 4, रीड द स्टैंजा एंड आंसर द क्वेश्चंस दैट फॉलो। हुण आपां हेठां दिते होए स्टैंजा नूं पढ़दे हां। स्टैंजा हुंदा पोएम दा एक टुकड़ा। ओ डिफेंडर्स ऑफ बॉर्डर्स, कि हे साडियां सरहदां दे रखवालिओ, यू आर ग्रेट सन्स ऑफ माई लैंड, तुसी मेरी धरती माता दे महान सपूत हो। वैन वी आर ऑल असलीप, जदों असी सारे सुते हुंदे हां, यू स्टिल होल्ड ऑन टू योर डीड, तुसी उदों भी अपने काम दे नाल, अपनी ड्यूटी दे नाल चिपके रहंदे हो। विंडी सीजन और स्नोई डेज, चाहे तेज हवावां दा सीजन होवे जां बर्फीले दिन होण, और स्कॉचिंग सन्स स्वेल्टरिंग रेस, जां झुलसा देण वाली धुप दियां ओह तपदियां किरणां होण, यू आर देयर गार्डिंग ऑल द टाइम अवेक, तुसी फिर भी उन्हां सरहदां ते डटे हुंदे हो सारा समां जागदे होए। ट्रेडिंग द लोनली एक्सपेंसेस एज योगीज, ते योगियां वांग किन्नी ही धरती दे विस्तारे नूं पैदल चल के पार करदे हो। ओके, हुण अगे कुछ क्वेश्चंस है, ओहदे आपां आंसर कर लैंदे आ। सब तो फर्स्ट है नेम द पोएट ऑफ द पोएम माई डियर सोल्जर्स। सो पोएट दा नाम लिख दो। यस, डॉक्टर APJ अब्दुल कलाम। Second, who are being referred to as defenders of borders, ਇਹਦੇ ਵਿੱਚ ਕਿਹਨਾਂ ਨੂੰ ਕਿਹਾ ਗਿਆ ਹੈ ਸਰਹੱਦਾਂ ਦੇ ਰਖਵਾਲੇ? Yes, soldiers. C, how do these great sons serve their motherland, ਕਿਸ ਤਰ੍ਹਾਂ ਇਹ ਮਹਾਨ ਸਪੂਤ ਆਪਣੀ ਧਰਤੀ ਮਾਤਾ ਦੀ ਸੇਵਾ ਕਰਦੇ ਹਨ? ਸੋ ਇਹਦਾ ਜਵਾਬ ਤੁਸੀਂ ਲਿਖ ਸਕਦੇ ਹੋ, they guard the borders all the time awake, ਕਿ ਉਹ ਸਦਾ ਜਾਗਦੇ ਹੋਏ ਬਾਰਡਰਸ ਨੂੰ ਗਾਰਡ ਕਰਦੇ ਹਨ, ਭਾਵ ਸਰਹੱਦਾਂ ਦੀ ਰਖਵਾਲੀ ਕਰਦੇ ਹਨ। ਨੈਕਸਟ, what kind of weather conditions do the soldiers have to face, ਸੈਨਿਕਾਂ ਨੂੰ ਕਿਹੋ ਜਿਹੀਆਂ ਮੌਸਮ ਦੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ? ਸੋ ਇਹਦਾ ਜਵਾਬ ਆਏਗਾ, they face windy season, snowy days and scorching sun. Next, B, climbing the heights or striding the valleys, ਫਿਰ ਚਾਹੇ ਗੱਲ ਹੋਵੇ ਉੱਚੀਆਂ ਪਹਾੜੀਆਂ ਦੀ ਚੜ੍ਹਾਈ ਚੜ੍ਹਨ ਦੀ ਜਾਂ ਪਹਾੜੀਆਂ ਦੀਆਂ ਘਾਟੀਆਂ ਨੂੰ ਪਾਰ ਕਰਨ ਦੀ। ਡਿਫੈਂਡਿੰਗ ਦ ਡੈਜ਼ਰਟ, ਗਾਰਡਿੰਗ ਦ ਮਾਰਸ਼ਿਸ, ਰੇਗਿਸਤਾਨ ਨੂੰ ਬਚਾਉਣ ਦੀ, ਦਲਦਲਾਂ ਦੀ ਰੱਖਿਆ ਕਰਨ ਦੀ। ਸਰਵੇਲੈਂਸ ਇਨ ਸੀਜ਼ ਐਂਡ ਬਾਈ ਸਿਕਿਉਰਿੰਗ ਦ ਏਅਰ, ਸਮੁੰਦਰਾਂ ਦੀ ਨਿਗਰਾਨੀ ਕਰਦੇ ਹੋਏ ਅਤੇ ਸਾਡੇ ਦੇਸ਼ ਨੂੰ ਆਕਾਸ਼ੀ ਖਤਰੇ ਤੋਂ ਸੁਰੱਖਿਅਤ ਕਰਦੇ ਹੋਏ। ਪ੍ਰਾਈਮ ਆਫ ਯੂਰ ਯੂਥ ਗਿਵਨ ਟੂ ਦ ਨੇਸ਼ਨ, ਤੁਸੀਂ ਆਪਣੀ ਜਵਾਨੀ ਦਾ ਅਣਮੁੱਲਾ ਸਮਾਂ ਦੇਸ਼ ਲਈ ਕੁਰਬਾਨ ਕਰਦੇ ਹੋ। ਵਿੰਡ ਚਾਈਮਸ of my land vibrate your feet, ਮੇਰੀ ਧਰਤੀ ਦੀ ਪਵਨ ਚਨਕਾਰ ਤੁਹਾਡੇ ਪੈਰਾਂ ਵਿੱਚ ਸਜਦਾ ਕਰਦੀ ਹੈ। whom has the poem been addressed to, addressed ਹੁੰਦਾ ਕਿਸ ਨੂੰ ਸਮਰਪਿਤ ਕੀਤੀ ਹੋਈ ਹੈ? yes, to the soldiers. B, what do these great sons sacrifice for the nation, ਇਹ ਮਹਾਨ ਸਪੂਤ ਆਪਣੇ ਦੇਸ਼ ਵਾਸਤੇ ਕੀ ਨਿਛਾਵਰ ਕਰ ਦਿੰਦੇ ਹਨ? they sacrificed prime of their youth. C, what is the intention of the poet, poet ਦੀ intention ਕੀ ਹੈ? poet ਦੀ ਇੱਛਾ ਕੀ ਹੈ? the poet just wants to glorify the lives of the soldiers. glorify ਹੁੰਦਾ ਹੈ ਕਿਸੇ ਦੀ ਮਹਾਨਤਾ ਦਾ ਗੁਣਗਾਨ ਕਰਨਾ, ਕਿ poet ਫੌਜੀਆਂ ਦੀ ਜ਼ਿੰਦਗੀ ਦੀ ਮਹਾਨਤਾ ਦਾ ਗੁਣਗਾਨ ਕਰਨਾ ਚਾਹੁੰਦਾ ਹੈ। next, explain wind chimes of my land vibrate your feet. ਸੋ ਇਸ ਤੁਕ ਦੀ ਵਿਆਖਿਆ ਕਰਨੀ ਹੈ ਕਿ wind chimes, ਸੋ ਪਹਿਲਾਂ ਦਾ ਮੀਨਿੰਗ ਅਸੀਂ ਪੰਜਾਬੀ ਵਿੱਚ ਸਮਝ ਲੈਂਦੇ ਹਾਂ। wind chimes ਹੁੰਦਾ ਪਵਨ ਚਨਕਾਰ,
ਭਾਵ ਹਵਾ ਦੀ ਸਰ ਕਰਦੀ ਹੋਈ ਆਵਾਜ਼, ਹਵਾ ਦੁਆਰਾ ਪੈਦਾ ਹੋਇਆ ਮਿਊਜ਼ਿਕ। ਆਫ ਮਾਈ ਲੈਂਡ, ਮੇਰੀ ਧਰਤੀ ਦੀ। ਵਾਈਬ੍ਰੇਟ ਯੂਅਰ ਫੀਟ, ਤੁਹਾਡੇ ਪੈਰਾਂ ਨੂੰ ਛੂੰਹਦੀ ਹੈ, ਭਾਵ ਤੁਹਾਨੂੰ ਨਮਸਕਾਰ ਕਰਦੀ ਹੈ। ਮੇਰੀ ਇਸ ਧਰਤੀ ਮਾਂ ਦੀ ਹਵਾ ਤੁਹਾਡੇ ਪੈਰਾਂ ਨੂੰ ਛੂ ਕੇ ਨਮਸਕਾਰ ਕਰਦੀ ਹੈ। ਸੋ ਇਸ ਤੋਂ ਭਾਵ ਹੈ ਕਿ ਧਰਤੀ ਮਾਤਾ ਵੀ ਤੁਹਾਡੀ ਸ਼ੁਕਰਗੁਜ਼ਾਰ ਹੈ। ਮਦਰਲੈਂਡ ਇਜ਼ ਆਲਸੋ ਗ੍ਰੇਟਫੁਲ ਟੂ ਦ ਸੋਲਜਰਸ। ਨੈਕਸਟ, ਫਾਰਮੇਸ਼ਨ ਆਫ ਐਡਵਰਬਸ। ਹੁਣ ਆਪਾਂ ਦੇਖਾਂਗੇ ਕਿ ਐਡਵਰਬਸ ਕਿੱਦਾਂ ਬਣਦੇ ਹਨ। ਵੈਸੇ ਤਾਂ ਇੱਕ ਬਹੁਤ ਸਿੰਪਲ ਫਾਰਮੂਲਾ ਇਹ ਹੁੰਦਾ ਹੈ ਕਿ ਜੋ ਐਡਜੈਕਟਿਵ ਹੋਣ ਉਹਨਾਂ ਦੇ ਮਗਰ ly ਲਗਾ ਦਿਓ ਤੇ ਉਹ ਐਡਵਰਬ ਬਣ ਜਾਏਗਾ। ਸੋ ਆਪਾਂ ਦੇਖਦੇ ਹਾਂ ਇਹ ਕਿਸ ਹੱਦ ਤੱਕ ਦੇ ਕਿੰਨੇ % ਕੰਮ ਕਰਦਾ ਹੈ ਤੇ ਜੇ ਕਿਤੇ ਚੇਂਜ ਆਉਂਦੀ ਹੈ ਤਾਂ ਕਿਸ ਤਰ੍ਹਾਂ ਦੀ ਹੈ। ਓਕੇ ਜੀ, ਆਪਾਂ ਹੁਣ ਇਸ ਤਰ੍ਹਾਂ ਕਰਦੇ ਹਾਂ, ਨੀਚੇ ਇੱਕ ਟੇਬਲ ਦਿੱਤਾ ਹੋਇਆ, ਇੱਥੋਂ ਹੀ ਆਪਾਂ ਡਾਇਰੈਕਟ ਐਗਜ਼ਾਮਪਲਸ ਤੋਂ ਹੀ ਸਮਝਦੇ ਹਾਂ। ਜਿੱਦਾਂ ਸਭ ਤੋਂ ਪਹਿਲਾਂ ਲਿਖੇ ਹੋਏ ਨੇ ਐਡਜੈਕਟਿਵ ਤੇ ਉਹਨਾਂ ਦੇ ਮਗਰ ly ਲਗਾ ਕੇ ਉਹਨਾਂ ਦੇ ਐਡਵਰਬ ਬਣਾ ਦਿੱਤੇ। ਸੋ ਪਹਿਲੇ 5 ਅਸੀਂ ਐਕਸਪਲੇਨ ਕਰ ਦਾਂਗੇ, ਬਾਕੀ ਇਸ ਤਰ੍ਹਾਂ ਹੀ ਪੜ੍ਹ ਲਾਂਗੇ। ਸੋ ਸਭ ਤੋਂ ਪਹਿਲਾਂ ਹੈ ਸਟਰੋਂਗ, ਤਾਕਤਵਰ। ਠੀਕ ਹੈ, ਉਹ ਤਾਕਤਵਰ ਹੈ, ਹੀ ਇਜ਼ ਅ ਸਟਰੋਂਗ ਬॉय। ਸੋ ਇਹ ਐਡਜੈਕਟਿਵ ਹੋ ਗਿਆ। ਐਡਜੈਕਟਿਵ ਹੁੰਦਾ ਜੋ ਕਿਸੇ ਨਾਉਨ ਪ੍ਰੋਨਾਉਨ ਦੀ ਵਿਸ਼ੇਸ਼ਤਾ ਦੱਸੇ। ਓਕੇ, ਨਾਉਨ ਯਾਨੀ ਤੁਸੀਂ, ਮੈਂ, ਕੋਈ ਵੀ ਵਸਤੂ, ਠੀਕ, ਉਹ ਸਾਰੀਆਂ ਨਾਉਨ ਹੈ। ਜਦੋਂ ਉਹਨਾਂ ਦੇ ਬਾਰੇ ਅਸੀਂ ਗੱਲ ਕਰਾਂਗੇ ਕਿ ਉਹਨਾਂ ਵਿੱਚ ਇਹ ਗੁਣ ਹੈ, ਇਹ ਔਗੁਣ ਹੈ, ਉਹ ਕੀ ਹੋ ਜਾਏਗਾ? ਐਡਜੈਕਟਿਵ। ਪਰ ਇਹਨੂੰ ਹੁਣ ਚੇਂਜ ਕਿਸ ਕਰਨਾ? ਐਡਵਰਬ ਵਿੱਚ। ਸੋ ਸਟਰੋਂਗ ਦਾ ਬਣ ਗਿਆ ਸਟਰੋਂਗਲੀ। ਹੁਣ ਐਡਵਰਬ ਕੀ ਹੁੰਦਾ ਹੈ? ਦੇਖੋ, ਐਡਜੈਕਟਿਵ ਹੁੰਦਾ ਨਾਉਨ ਬਾਰੇ ਜੋ ਦੱਸੇ ਕਿ ਨਾਉਨ ਕਿਸ ਤਰ੍ਹਾਂ ਦਾ ਹੈ। ਜਿੱਦਾਂ ਮੈਂ ਤਾਕਤਵਰ, ਮੈਂ ਕਮਜ਼ੋਰ, ਮੈਂ ਚੰਗਾ, ਮੈਂ ਮਾੜਾ। ਠੀਕ, ਇਹ ਸਾਰੇ ਕੀ ਨੇ? ਮੇਰੇ ਬਾਰੇ ਗੱਲਾਂ ਹੋ ਰਹੀਆਂ। ਪਰ ਜਦੋਂ ਮੇਰੇ ਕੰਮ ਬਾਰੇ ਗੱਲਾਂ ਹੋਣਗੀਆਂ, ਮੇਰੇ ਕੰਮ ਦੇ ਗੁਣ ਔਗੁਣ ਦੱਸੇ ਜਾਣਗੇ ਤਾਂ ਉਹ ਕੀ ਹੋ ਜਾਣਗੇ? ਐਡਵਰਬ। ਠੀਕ ਹੈ, ਮੇਰੇ ਵਰਬ ਦਾ ਐਡਜੈਕਟਿਵ ਹੋ ਜਾਏਗਾ। ਓਕੇ, ਸੋ ਵਰਬ ਹੁੰਦਾ ਕੰਮ, ਐਡਵਰਬ ਯਾਨੀ ਮੇਰੇ ਵਰਬ ਬਾਰੇ, ਮੇਰੇ ਕੰਮ ਬਾਰੇ ਦੱਸਿਆ ਜਾ ਰਿਹਾ ਹੈ। ਓਕੇ, ਜਿਸ ਤਰ੍ਹਾਂ ਉਸ ਨੇ ਤਾਕਤ ਦੇ ਨਾਲ ਸਾਹਮਣਾ ਕੀਤਾ। ਹੀ ਹੈਂਡਲਡ ਦ ਸਿਚੁਏਸ਼ਨਸ ਸਟਰੋਂਗਲੀ। ਉਸਨੇ ਕੰਮ ਕਿਹੜਾ ਕੀਤਾ? ਹੈਂਡਲ ਕਰਨ ਦਾ। ਠੀਕ ਹੈ, ਕਿਸੇ ਚੀਜ਼ ਨੂੰ ਹੈਂਡਲ ਕਿੱਦਾਂ ਕਰਨਾ ਹੈ, ਕਿਸੇ ਚੀਜ਼ ਨਾਲ ਨਜਿੱਠਣਾ ਕਿੱਦਾਂ। ਓਕੇ, ਉਹਨੇ ਕਿਸ ਤਰ੍ਹਾਂ ਉਸ ਕੰਮ ਨੂੰ ਕੀਤਾ? ਸਟਰੋਂਗਲੀ। ਹੁਣ ਉਹਦੇ ਬਾਰੇ ਨਹੀਂ ਗੱਲ ਹੋ ਰਹੀ, ਉਹਦੇ ਕੰਮ ਬਾਰੇ ਗੱਲ ਹੋ ਰਹੀ ਹੈ। ਸੋ ਇਹ ਕੀ ਹੋ ਗਿਆ? ਐਡਵਰਬ। ਸੋ ਬਾਕੀ ਵੀ ਸਾਰੇ ਇਦਾਂ ਦੇਖਾਂਗੇ। ਸੈਕਿੰਡ ਹੈ ਫੇਥਫੁਲ, ਵਫਾਦਾਰ। ਫੇਥਫੁਲੀ, ਵਫਾਦਾਰੀ ਨਾਲ ਕੰਮ ਕਰਨਾ। ਸਿੰਸੀਅਰ, ਵਿਸ਼ਵਾਸ ਪਾਤਰ। ਸਿੰਸੀਅਰਲੀ, ਵਿਸ਼ਵਾਸ ਨਾਲ ਕੰਮ ਕਰਦੇ ਹੋਏ। ਕੁਇਕ, ਕੁਇਕਲੀ। ਸਲੋ, slowly, neat, neatly, busy, busily, happy, happily, true, truly, severe यानी बहुत ज़्यादा, severely. Some adverbs have the same form as the corresponding adjectives. कुछ adverbs ਦੀਆਂ ਵੀ same forms ਹੁੰਦੀਆਂ ਜਿੱਦਾਂ ਕਿ adjective ਚ ਹੁੰਦੀਆਂ। ਜਿਸ ਤਰ੍ਹਾਂ first, he put in a lot of hard work. ਸੋ ਇੱਥੇ hard adjective ਹੈ ਤੇ next ਵਿੱਚ ਉਹਦੇ ਕੰਮ ਬਾਰੇ ਦੱਸਿਆ ਗਿਆ he worked, ਉਸਨੇ ਕੰਮ ਕੀਤਾ ਪਰ ਕਿਸ ਤਰ੍ਹਾਂ ਕੀਤਾ? hard। ਠੀਕ, ਕਿ ਉਸਨੇ hard ਕੰਮ ਕੀਤਾ means ਉਹਨੇ ਸਖਤ ਮਿਹਨਤ ਕੀਤੀ। ਸੋ ਇੱਥੇ hard ਕੀ ਹੋ ਗਿਆ? adverb ਹੋ ਗਿਆ। second, I want a little sugar। ਹੁਣ ਇੱਥੇ ਸ਼ੂਗਰ ਬਾਰੇ ਗੱਲ ਕੀਤੀ ਹੈ, a little, ਕਿ ਮੈਨੂੰ ਥੋੜੀ ਜਿਹੀ ਸ਼ੂਗਰ ਚਾਹੀਦੀ ਹੈ। ਤੇ ਦੂਸਰੇ ਪਾਸੇ ਪਲੀਜ਼ ਮੂਵ, ਕਿਰਪਾ ਕਰਕੇ ਮੂਵ ਹੋਵੋ ਯਾਨੀ ਹਿੱਲੋ। ਠੀਕ ਹੈ, ਕੋਈ ਕੰਮ ਕਰਨ ਨੂੰ ਕਿਹਾ ਜਾ ਰਿਹਾ, ਕਿੰਨਾ ਕੁ ਮੂਵ ਹੋਵੋ? a little। ਓਕੇ, ਸੋ ਇਹਨੂੰ ਆਪਾਂ ਇਦਾਂ ਹੀ ਸਾਰੇ ਪੜ੍ਹ ਲੈਂਦੇ ਆ। he has high aims, ਉਸਦੇ ਉੱਚੇ ਉਦੇਸ਼ ਹਨ। he aims high, ਉਸਨੇ ਨਿਸ਼ਾਨਾ ਬਣਾਇਆ ਹੋਇਆ ਹੈ ਉੱਚਾ। ਹੁਣ ਕੰਮ ਕਿਹੜਾ ਕੀਤਾ? ਨਿਸ਼ਾਨਾ ਬਣਾਉਣ ਦਾ, ਤੇ ਉਹ ਨਿਸ਼ਾਨਾ ਕਿੱਦਾਂ ਬਣਾਇਆ? ਉੱਚਾ। ਸੋ ਇਹ ਐਡਵਰਬ ਹੋ ਗਿਆ। I want an early reply। ਰਿਪਲਾਈ ਯਾਨੀ ਜਵਾਬ ਯਾਨੀ ਨਾਉਨ, ਕਿ ਮੈਨੂੰ ਜਵਾਬ ਚਾਹੀਦਾ ਹੈ ਪਰ ਕਿਵੇਂ ਚਾਹੀਦਾ? अर्ली। ਸੋ ਨਾਉਨ ਦਾ ਇੱਕ ਐਡਜੈਕਟਿਵ ਹੋ ਗਿਆ अर्ली। ਤੇ ਜੇ ਇਹਨੂੰ ਉਲਟਾ ਕਰ ਦਈਏ ਪਲੀਜ਼ ਰਿਪਲਾਈ, ਹੁਣ ਇੱਥੇ ਰਿਪਲਾਈ ਕੀ ਹੋ ਗਿਆ? ਵਰਬ, ਕਿਰਪਾ ਕਰਕੇ ਜਵਾਬ ਦਿਓ। ਹੁਣ ਕਿਸ ਤਰ੍ਹਾਂ ਜਵਾਬ ਦਿਓ? अर्ली। ਸੋ ਇਹ ਐਡਵਰਬ ਹੋ ਗਿਆ। ਅਗਲੀਆਂ ਵੀ ਕੁਝ ਡਾਇਰੈਕਸ਼ਨਸ ਪੜ੍ਹ ਲੈਂਦੇ ਆ ਤੇ ਨਾਲ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਥਰਡ, some adverbs are formed, ਕੁਝ ਐਡਵਰਬਸ ਬਣਾਏ ਜਾਂਦੇ ਹਨ by combining, ਦੋ ਚੀਜ਼ਾਂ ਨੂੰ ਜੋੜਦੇ ਹੋਏ। ਕਿਹੜੀਆਂ? a noun, ਇੱਕ ਨਾਮ ਨੂੰ ਜੋੜ ਲਓ, and a qualifying adjective, ਅਤੇ ਇੱਕ ਕਿਸੇ ਦੇ ਗੁਣ ਦੱਸਦਾ ਹੋਇਆ ਕੋਈ ਐਡਜੈਕਟਿਵ ਉਹਨੂੰ ਨਾਲ ਜੋੜ ਲਓ। ਫੋਰ ਐਗਜ਼ਾਮਪਲ, ਆਓ ਆਪਾਂ ਉਦਾਹਰਨ ਦੇਖਦੇ ਹਾਂ। ਯੈਸਟਰ ਤੇ ਡੇ। ਸੈਕਿੰਡ ਹੈ ਅਦਰਵਾਈਜ਼, ਨਹੀਂ ਤਾਂ।
meanwhile ਇਹਦੇ ਨਾਲ ਹੀ sometimes ਕਦੀ ਕਦੀ। ਸੋ ਜੇ ਪੇਪਰ ਵਿੱਚ ਆ ਜਾਵੇ ਕਿ ਇਹਨਾਂ ਵਿੱਚੋਂ ਐਡਵਰਬ ਚੁਣੋ, ਸੋ ਜੇ ਇਹ ਵਰਡਸ ਹੋਣ ਤੁਸੀਂ ਇਹਨਾਂ ਨੂੰ ਐਜ਼ ਐਡਵਰਬ ਚੁਣ ਸਕਦੇ ਹੋ। Fourth, some adverbs are formed by adding a noun to a, be and to. For example, today, abreast, ahead, besides, etc. Fifth, some adverbs are formed by combining a or be and an adjective. For example, allowed यानी उच्ची, anew नवे सिरे तो, behind पिछे, alone, etc. Some adverbs are formed from participles. कुछ adverb verb ਦੀਆਂ forms ਤੋਂ ਬਣ ਜਾਂਦੇ ਹਨ, ਜਿਸ ਤਰ੍ਹਾਂ wittingly, surprisingly, knowingly, ठीक। So some adverbs are formed in the following ways. For example, so कुछ adverbs ਹੇਠਾਂ ਲਿਖੇ ਤਰੀਕੇ ਨਾਲ ਵੀ ਬਣਦੇ ਹਨ, ਜਿੱਦਾਂ one adverb ਕੀ ਬਣ ਗਿਆ once, two twice, three thrice, four fourfold, many manifold. So there are several adverbs which are used together, having been joined together with conjunction to form adverbial phrases. So कई words ਇਹੋ ਜਿਹੀਆਂ conjunction ਦੇ ਨਾਲ ਜੋੜ ਕੇ adverbial phrases ਬਣਾਉਂਦੇ ਹਨ, ਜਿਸ ਤਰ੍ਹਾਂ by and by, ਜਿਹਦਾ ਮਤਲਬ ਹੁੰਦਾ within a short period, ਯਾਨੀ ਥੋੜੇ ਸਮੇਂ ਵਿੱਚ। Next ਹੈ again and again, ਦੁਬਾਰਾ ਦੁਬਾਰਾ, far and wide, ਦੂਰ ਅਤੇ ਵਿਸ਼ਾਲ, first and foremost, ਸਭ ਤੋਂ ਪਹਿਲਾਂ, to and fro, ਇੱਧਰ ਉੱਧਰ, off and on, occasionally, ਭਾਵ ਕਦੀ ਕਦੀ। ਓਕੇ, ਸੋ ਇਹ ਸਾਰੇ ਕੀ ਨੇ ਐਡਵਰਬਸ ਹਨ। ਐਕਟੀਵਿਟੀ 5, ਸੋ ਇਹਨਾਂ ਦੇ ਆਪਾਂ ਐਡਵਰਬ ਬਣਾਉਣੇ ਹਨ। bad badly, angry angrily, fast fastly, bold boldly, briskly, meekly, nicely, softly, fairly ਤੇ cleanly। okay, activity 6, in the following sentences same words are used both as an adjective and as an adverb. Underline the word and write whether it is used as an adjective or an adverb। ਹੁਣ ਨੀਚੇ ਕੁਝ sentences ਦਿੱਤੇ ਹੋਏ ਹਨ ਜਿਹਦੇ ਵਿੱਚ ਇੱਕੋ ਹੀ word ਨੂੰ ਦੋ ਤਰੀਕੇ ਨਾਲ use ਕੀਤਾ ਹੋਇਆ। ਤੁਸੀਂ ਦੱਸਣਾ ਹੈ ਕਿ ਉਹ adverb ਦੀ ਤਰ੍ਹਾਂ use ਹੋਇਆ ਕਿ adjective ਦੀ ਤਰ੍ਹਾਂ use ਹੋਇਆ। ਜਿਸ ਤਰ੍ਹਾਂ ਪਹਿਲਾ ਸਾਡੇ ਲਈ ਕੀਤਾ ਹੋਇਆ ਹੈ, you gave a beautiful presentation। so presentation ਇੱਕ noun ਹੈ, so presentation ਦੇ ਬਾਰੇ ਦੱਸਿਆ ਗਿਆ ਹੈ। okay, so beautiful ਇੱਕ adjective ਹੋ ਗਿਆ। your work is beautifully presented। presented यानी दिखाया गया, so दिखाया गया means कोई काम होया, किस तरह काम किया गया, ब्यूटिफुली, सो एक एडवर्ब हो गया। सी, आई गेट अ मंथली पे चेक। हुण पे चेक यानी मेरी सैलरी का चेक एक नाउन हो गया, तो हुण सैलरी के चेक की विशेषता की दसीगी कि मंथली है, सो इत्थे मंथली की हो गया एडजैक्टिव। नैक्सट है माई कंपनी पेज मी मंथली। मेरी कंपनी मैनू तनख्वाह देंदी है। काम किहड़ा करदी है, तनख्वाह देंदा। किस तरह तनख्वाह देंदी है, मंथली। सो इत्थे काम की विशेषता दसी गई है, इत्थे मंथली एज एन एडवर्ब आ गया। नैक्सट, शी ड्रेस्ड एलिगेंटली। सो इत्थे गल करें कि उसने पहरावा पाया है, एलिगेंटली यानी शानदार तरीके नाल, वधिया तरीके नाल। सो काम किया है पहरावा पाण दा, काम की विशेषता दसी गई है, सो एलिगेंटली एडवर्ब हो गया। शी लुक्स वेरी एलिगेंट। ओह बहुत वधिया दिखदी है इन सूट, सूट दे विच। सो शी क्योंकि प्रोनाउन है, प्रोनाउन की विशेषता दसी है, एलिगेंट इत्थे एडजैक्टिव हो गया। नैक्सट, दैट बॉय इज सो लाउड। बॉय बारे दसिया गया है ना कि वो लाउड है, सो लाउड एडजैक्टिव। दैट बॉय स्पीक्स, हुण उहदे काम बारे दसिया कि उच्ची बोलदा है, क्या, सो लाउडली, लाउडली इत्थे एडवर्ब हो गया। ही इज अ जेंटल पर्सन। ही क्या किसी व्यक्ति बारे गल है, सो जेंटल इत्थे हो गया एडजैक्टिव। ही हग्ड मी जेंटली, उसने मैनू जफ्फी पाई, जेंटली यानी आराम नाल। ओके, सो ये एडवर्ब हो गया। नेक्स्ट, Activity 7, you will tell your partner something that he doesn't know about you. You may talk about one of the following topics. So ਤੁਸੀਂ ਆਪਣੇ ਪਾਰਟਨਰ ਦੇ ਨਾਲ ਹੇਠਾਂ ਲਿਖੇ ਟੌਪਿਕਸ ਬਾਰੇ ਕੁਝ ਨਾ ਕੁਝ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਹਾਂ, ਪਰ ਇੰਗਲਿਸ਼ ਵਿੱਚ ਬੋਲਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਜਿਸ ਤਰ੍ਹਾਂ ਦੀ ਵੀ ਬੋਲੋ ਤੁਹਾਡੀ ਇੰਗਲਿਸ਼ ਦੀ ਪ੍ਰੈਕਟਿਸ ਹੋ ਜਾਵੇ। While speaking, include
2 or 3 lies too। ਜਦੋਂ ਤੁਸੀਂ ਬੋਲਦੇ ਹੋ ਤਾਂ ਉਹਦੇ ਵਿੱਚ 2 ਜਾਂ 3 ਝੂਠ ਐਡ ਕਰ ਲਓ, ਠੀਕ ਹੈ। ਟੇਕ ਟਰਨਸ ਇਨ ਸਪੀਕਿੰਗ, ਤੇ ਵਾਰੀਆਂ ਬੰਨ ਲਓ ਕਿ ਪਹਿਲਾਂ ਮੈਂ ਬੋਲਾਂਗਾ ਫਿਰ ਤੂੰ ਬੋਲੇਗਾ। ਦ ਲਿਸਨਰ ਵਿਲ ਲਿਸਨ ਕੇਅਰਫੁਲੀ ਐਂਡ ਨੋਟ ਡਾਊਨ ਇਨ ਦ ਨੋਟਬੁੱਕ what he thinks is not true or a lie। ਸੋ ਜਿਹੜਾ ਸੁਣਨ ਵਾਲਾ ਹੋਏਗਾ ਉਹ ਆਪਣੀ ਨੋਟਬੁੱਕ ਤੇ ਉਤਾਰੇਗਾ ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਟਰੂ ਨਹੀਂ ਲੱਗ ਰਹੀ, ਝੂਠ ਲੱਗ ਰਹੀ ਹੈ। ਓਕੇ, when both of you have taken turns in speaking, ਜਦੋਂ ਦੋਨੋਂ ਤੁਸੀਂ ਆਪਣੀ ਆਪਣੀ ਬੋਲਣ ਦੀ ਵਾਰੀ ਲੈ ਹਟੋਗੇ, you will tell your partner what you think was not true in his or her story। ਫਿਰ ਤੁਸੀਂ ਉਸ ਤੋਂ ਬਾਅਦ ਆਪਣੇ ਪਾਰਟਨਰ ਨੂੰ ਦੱਸੋਗੇ ਕਿ ਜਿਹੜੀ ਤੂੰ ਮੈਨੂੰ ਸਟੋਰੀ ਸੁਣਾਈ ਹੈ ਇਹਦੇ ਵਿੱਚ ਮੈਨੂੰ ਇਹ ਚੀਜ਼ ਜਿਹੜੀ ਹੈ ਠੀਕ ਨਹੀਂ ਲੱਗ ਰਹੀ। ਸੋ ਇਹ ਤੁਸੀਂ ਪ੍ਰੈਕਟਿਸ ਆਪਸ ਵਿੱਚ ਕਰ ਸਕਦੇ ਹੋ। ਲਰਨਿੰਗ ਟੂ ਸਪੀਕ, ਹੁਣ ਇਹਨੂੰ ਨੀਚੇ ਪੈਰੇ ਨੂੰ ਆਪਾਂ ਬੋਲਣਾ ਸਿੱਖਣਾ ਹੈ। There are birds of prey, ਸ਼ਿਕਾਰੀ ਪੰਛੀ ਹੁੰਦੇ ਹਨ that live on high mountains and trees, ਜਿਹੜੇ ਕਿ ਉੱਚੀਆਂ ਪਹਾੜੀਆਂ ਤੇ ਅਤੇ ਦਰਖਤਾਂ ਤੇ ਰਹਿੰਦੇ ਹਨ। They have very good eyesight, ਉਹਨਾਂ ਦੀ ਨਜ਼ਰ ਬਹੁਤ ਅੱਛੀ ਹੁੰਦੀ ਹੈ and can see things on the ground, ਅਤੇ ਉਹ ਗਰਾਊਂਡ ਤੇ ਪਈਆਂ ਹੋਈਆਂ ਚੀਜ਼ਾਂ ਨੂੰ ਦੇਖ ਸਕਦੇ ਹਨ while flying in the sky, ਅਸਮਾਨ ਵਿੱਚ ਉੜਦੇ ਹੋਏ। If they see something that they can eat, ਜੇ ਉਹ ਕੁਝ ਦੇਖ ਲੈਣ ਜੋ ਕਿ ਉਹ ਖਾ ਸਕਦੇ ਹਨ, they dive like a thunderbolt to catch their prey, ਤਾਂ ਬਿਜਲੀ ਵਾਂਗ ਨੀਚੇ ਆਉਂਦੇ ਹਨ ਆਪਣੇ ਸ਼ਿਕਾਰ ਨੂੰ ਫੜਨ ਲਈ। Activity 8, think of a wild animal or a bird that you like। ਕਿਸੇ ਐਸੇ ਜੰਗਲੀ ਜਾਨਵਰ ਬਾਰੇ ਜਾਂ ਪੰਛੀ ਬਾਰੇ ਸੋਚੋ ਜਿਹੜਾ ਤੁਹਾਨੂੰ ਪਸੰਦ ਹੈ। ਰਾਈਟ ਇਟਸ ਡਿਫਰੈਂਟ ਕੁਆਲਿਟੀਜ਼ ਇਨ ਦ ਮਾਈਂਡ ਮੈਪ ਗਿਵਨ ਬਿਲੋ, ਹੇਠਾਂ ਦਿੱਤੇ ਹੋਏ ਮਾਈਂਡ ਮੈਪ ਦੇ ਵਿੱਚ ਉਹਨਾਂ ਦੀਆਂ ਅਲੱਗ-ਅਲੱਗ ਵਿਸ਼ੇਸ਼ਤਾਵਾਂ ਲਿਖੋ, ਉਹਨਾਂ ਦੇ ਗੁਣ ਲਿਖੋ। ਟੇਕ 2-3 ਮਿੰਟਸ ਟੂ ਡੂ ਦਿਸ ਵਰਕ, 2-3 ਮਿੰਟ ਲੈ ਲਓ ਇਹ ਕੰਮ ਕਰਨ ਲਈ। ਯੂ ਕੈਨ ਯੂਜ਼ ਦ ਫੋਲੋਇੰਗ ਹਿੰਟਸ, ਤੁਸੀਂ ਹੇਠ ਲਿਖੇ ਹਿੰਟਸ ਦੀ ਵਰਤੋਂ ਕਰ ਸਕਦੇ ਹੋ। ਸੋ ਪਹਿਲਾ ਹਿੰਟ ਹੈ ਕਾਈਂਡ ਆਫ ਬਰਡ ਔਰ ਐਨੀਮਲ, ਕਿ ਉਹ ਕਿਸ ਤਰ੍ਹਾਂ ਦਾ ਪੰਛੀ ਹੈ ਜਾਂ ਕਿਸ ਤਰ੍ਹਾਂ ਦਾ ਜਾਨਵਰ ਹੈ। ਇਟਸ ਅਪੀਅਰੈਂਸ ਐਂਡ ਸਾਈਜ਼, ਉਹਦੀ ਦਿੱਖ ਕਿਹੋ ਜਿਹੀ ਹੈ, ਉਹਦਾ ਆਕਾਰ ਕਿਹੋ ਜਿਹਾ ਹੈ। ਇਟਸ ਹੈਬਿਟੈਟ, ਉਸ ਦਾ ਨਿਵਾਸ ਕਿਹੋ ਜਿਹਾ, ਰਹਿਣ ਸਹਿਣ ਕਿਹੋ ਜਿਹਾ ਹੈ। ਇਟਸ ਈਟਿੰਗ ਹੈਬਿਟਸ, ਉਹਦੀਆਂ ਈਟਿੰਗ ਹੈਬਿਟਸ ਕਿਹੋ ਜਿਹੀਆਂ, ਭਾਵ ਉਸ ਦਾ ਭੋਜਨ ਕੀ ਹੈ, ਕਿ ਉਹ ਹਰਬੀਵੋਰਸ ਹੈ ਜਾਂ ਕਾਰਨੀਵੋਰਸ ਹੈ। ਹਰਬੀਵੋਰਸ ਹੁੰਦਾ ਸ਼ਾਕਾਹਾਰੀ, ਕਾਰਨੀਵੋਰਸ ਹੁੰਦਾ ਮਾਸ ਪਕਸ਼ੀ ਯਾਨੀ ਮਾਸਾਹਾਰੀ। ਸਮ ਸਪੈਸ਼ਲ ਕੁਆਲਿਟੀ, ਉਹਦੀ ਕੋਈ ਖਾਸ ਕੁਆਲਿਟੀ ਜੇ ਤੁਸੀਂ ਦੱਸਣਾ ਚਾਹੁੰਦੇ ਹੋ। ਨੈਕਸਟ, ਯੂਜ਼ਫੁਲਨੈਸ ਆਫ ਦ ਐਨੀਮਲ ਔਰ ਬਰਡ, ਉਸ ਐਨੀਮਲ ਜਾਂ ਪੰਛੀ ਦੇ ਲਾਭ ਕੀ ਹਨ। ਸੋ ਇੱਥੇ ਅਸੀਂ ਲਾਇਨ ਦੀ ਗੱਲ ਕਰ ਲੈਂਦੇ ਹਾਂ। ਸੋ ਸਭ ਤੋਂ ਪਹਿਲਾਂ ਹੈ ਕਾਈਂਡ ਆਫ ਐਨੀਮਲ। ਸੋ ਕਾਈਂਡ ਆਫ ਐਨੀਮਲ ਲਿਖ ਸਕਦੇ ਹਾਂ ਕਿ ਵਾਈਲਡ ਐਨੀਮਲ ਹੈ। ਅਪੀਅਰੈਂਸ ਐਂਡ ਸਾਈਜ਼ ਲਿਖ ਸਕਦੇ ਹਾਂ ਕਿ ਲਾਰਜ ਕੈਟ। ਇਟਸ ਹੈਬਿਟੈਟ ਯਾਨੀ ਆਵਾਸ ਸਥਾਨ ਕਿੱਥੇ ਹੈ, ਜੰਗਲ। ਇਟਸ ਈਟਿੰਗ ਹੈਬਿਟਸ, ਇਹ ਕਾਰਨੀਵੋਰਸ ਹੈ। ਲਾਇਨ ਦੀ ਸਪੈਸ਼ਲ ਕੁਆਲਿਟੀ ਹੁੰਦੀ ਹੈ ਕਿ ਉਸ ਕੋਲ ਪਾਵਰਫੁਲ 4 ਲੈਗਸ ਹੁੰਦੀਆਂ, 4 ਲੈਗਸ ਯਾਨੀ ਅਗਲੀਆਂ ਲੱਤਾਂ, ਤੇ ਪਾਵਰਫੁਲ ਟੀਥ ਤੇ ਜੌਜ਼ ਯਾਨੀ ਉਸਦੇ ਦੰਦ ਅਤੇ ਜਬੜੇ, ਇਹ ਸਾਰੀਆਂ ਚੀਜ਼ਾਂ ਉਹਦੀਆਂ ਪਾਵਰਫੁਲ ਹੁੰਦੀਆਂ ਹਨ। ਯੂਜ਼ਫੁਲਨੈਸ ਇਹੀ ਹੋਗੀ ਕਿ ਹੈਲਪਿੰਗ ਟੂ ਕੰਟਰੋਲ ਦਾ ਹਰਬੀਵੋਰ ਪਾਪੂਲੇਸ਼ਨ, ਕਿ ਸ਼ਾਕਾਹਾਰੀ ਪਾਪੂਲੇਸ਼ਨ ਨੂੰ ਕੰਟਰੋਲ ਕਰਨ ਵਿੱਚ ਇਹ ਸਹਾਈ ਹੁੰਦਾ ਹੈ। ਨਾਓ ਸਪੀਕ ਫॉर 2 ਮਿੰਟਸ ਅਬਾਊਟ ਦਾ ਐਨੀਮਲ ਔਰ ਦਾ ਬਰਡ ਯੂ ਹੈਵ ਮੇਡ ਨੋਟਸ ਔਨ। ਯੂ ਕੈਨ ਰੈਫਰ ਟੂ ਯੂਰ ਨੋਟਸ ਵਾਈਲ ਸਪੀਕਿੰਗ। ਹੁਣ ਤੁਸੀਂ 2 ਮਿੰਟ ਬੋਲਣਾ ਹੈ ਅਤੇ ਆਪਣੇ ਨੋਟਸ ਤੋਂ ਰੈਫਰੈਂਸ ਲੈ ਸਕਦੇ ਹੋ। ਸੋ ਇਸੇ ਹੀ ਸੇਮ ਪੈਟਰਨ ਤੇ ਆਇਲਸ ਦਾ ਸਪੀਕਿੰਗ ਟੈਸਟ ਲਿਆ ਜਾਂਦਾ ਹੈ, ਸੋ ਉਹਦੀ ਵੀ ਤਿਆਰੀ ਤੁਹਾਡੀ ਇਹਦੇ ਨਾਲ ਹੋ ਸਕਦੀ ਹੈ। ਓਕੇ ਜੀ, ਨੈਕਸਟ ਲੈਟਰ ਰਾਈਟਿੰਗ। ਲੈਟਰ ਰਾਈਟਿੰਗ ਇਜ਼ ਐਨ ਇੰਪੋਰਟੈਂਟ ਸਕਿੱਲ, ਇੱਕ ਮਹੱਤਵਪੂਰਨ ਹੁਨਰ ਹੈ ਲੈਟਰ ਰਾਈਟਿੰਗ। ਵੀ ਨੀਡ ਟੂ ਰਾਈਟ ਲੈਟਰਸ ਇਨ ਆਰ ਡੇਲੀ ਲਾਈਫ, ਸਾਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਖਤ ਲਿਖਣੇ ਪੈਂਦੇ ਹਨ। ਇਟ ਮੇ ਬੀ ਸਟੇਟਡ that these days people write emails more than letters, ਇਹ ਵੀ ਕਿਹਾ ਜਾ ਸਕਦਾ ਹੈ ਕਿ ਅੱਜ ਕੱਲ੍ਹ ਤਾਂ ਲੋਕੀ ਜ਼ਿਆਦਾਤਰ ਈਮੇਲਸ ਲਿਖਦੇ ਹਨ ਲੈਟਰਸ ਦੀ ਬਜਾਏ। However, ਹਾਲਾਂਕਿ the art of writing letters and emails is the same though the format is different। ਈਮੇਲ ਅਤੇ ਲੈਟਰਸ ਲਿਖਣ ਦੀ ਆਰਟ ਚਾਹੇ ਸੇਮ ਹੀ ਹੈ, ਭਾਵੇਂ ਫਾਰਮੈਟ ਡਿਫਰੈਂਟ ਹੈ। Let us look at a complete letter written below। ਚਲੋ ਪਹਿਲਾਂ ਅਸੀਂ ਦੇਖ ਲੈਂਦੇ ਹਾਂ ਕਿ ਕੰਪਲੀਟ ਲੈਟਰ ਜਿਹੜੀ ਕਿ ਨੀਚੇ ਲਿਖੀ ਹੋਈ ਹੈ। ਰਾਈਟ ਅ ਲੈਟਰ ਟੂ ਯੂਰ ਯੰਗਰ ਬ੍ਰਦਰ ਕੰਗ੍ਰੈਚੁਲੇਟਿੰਗ ਹਿਮ ਔਨ ਹਿਜ਼ ਬ੍ਰਿਲੀਅੰਟ ਸਕਸੈਸ।
अपने छोटे ब्रदर ਨੂੰ एक ਲੈਟਰ ਲਿਖੋ ਜਿਹਦੇ ਵਿੱਚ ਉਸ ਦੀ ਸ਼ਾਨਦਾਰ ਸਫਲਤਾ ਸ਼ਾਨਦਾਰ ਕਾਮਯਾਬੀ ਉੱਤੇ ਉਸ ਨੂੰ ਵਧਾਈ ਦਿੱਤੀ ਗਈ ਹੋਵੇ। ਸੋ ਸਭ ਤੋਂ ਪਹਿਲਾਂ ਆਪਣਾ ਐਡਰੈਸ ਲਿਖ ਦਿਓ। ਤੁਸੀਂ ਕੋਈ ਵੀ ਸਿੰਪਲ ਜਿਹਾ ਲਿਖ ਸਕਦੇ ਹੋ। ਤੁਸੀਂ ਇਹ ਵੀ ਲਿਖ ਸਕਦੇ ਹੋ ਕਿ 1 2 3 ਰਾਮਨਗਰ ਮੋਗਾ, ਅੱਗੇ ਡੇਟ ਪਾ ਦਿਓ, ਫਿਰ ਇੱਕ ਲਾਈਨ ਛੱਡ ਦਿਓ, ਫਿਰ ਸਟਾਰਟ ਕਰੋ ਡੀਅਰ ਤੇ ਆਪਣੇ ਬ੍ਰਦਰ ਦਾ ਨਾਮ ਲਿਖ ਕੇ ਉਸ ਤੋਂ ਬਾਅਦ ਤੁਸੀਂ ਉਸ ਨੂੰ ਵਧਾਈ ਪੱਤਰ ਲਿਖ ਸਕਦੇ ਹੋ। ਤਾਂ ਇਹ ਸਾਰੀ ਲੈਟਰ ਆਲਰੇਡੀ ਇੱਥੇ ਲਿਖੀ ਹੋਈ ਹੈ, ਮੈਂ ਇਸ ਨੂੰ ਰਿਪੀਟ ਨਹੀਂ ਕਰਾਂਗਾ। ਸੋ ਇਹ ਤਾਂ ਸੀ ਇੱਕ ਐਗਜ਼ਾਮਪਲ। ਹੁਣ ਐਕਟੀਵਿਟੀ 9 ਤੇ ਆਉਂਦੇ ਹਾਂ। ਨਾਓ ਯੂਜ਼ਿੰਗ ਦਾ ਫਾਰਮੈਟ ਆਫ ਲੈਟਰ ਰਾਈਟਿੰਗ ਗਿਵਨ ਅਰਲੀਅਰ। ਹੁਣ ਜਿਹੜਾ ਸਾਨੂੰ ਲੈਟਰ ਰਾਈਟਿੰਗ ਦਾ ਫਾਰਮੈਟ ਪਹਿਲਾਂ ਦਿੱਤਾ ਗਿਆ ਹੈ ਐਂਡ the notes written by you in the mind map above, ਅਤੇ ਜਿਹੜੇ ਨੋਟਸ ਤੁਸੀਂ ਮਾਈਂਡ ਮੈਪ ਤੇ ਬਣਾ ਲਏ ਹਨ। ਰਾਈਟ ਅ ਲੈਟਰ ਟੂ ਯੂਰ ਫਰੈਂਡ ਟੈਲਿੰਗ ਹਿਮ ਹਰ all about the animal bird you wrote about। ਸੋ ਆਪਣੇ ਇੱਕ ਫਰੈਂਡ ਨੂੰ ਲੈਟਰ ਲਿਖਣੀ ਹੈ ਆਪਣੇ ਉਸ ਐਨੀਮਲ ਬਾਰੇ ਦੱਸਣ ਲਈ। ਐਟ the end of the letter, ਚਿੱਠੀ ਦੇ ਅਖੀਰ ਵਿੱਚ you must write to your friend about why human beings should try to protect birds and animals from getting hunted by poachers। ਸੋ ਅਖੀਰ ਤੇ ਇਹ ਵੀ ਦੱਸੋ ਕਿ ਕਿਉਂ ਮਨੁੱਖਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪੰਛੀਆਂ ਅਤੇ ਜਾਨਵਰਾਂ ਨੂੰ ਸ਼ਿਕਾਰੀਆਂ ਦੇ ਸ਼ਿਕਾਰ ਹੋਣ ਤੋਂ ਬਚਾਇਆ ਜਾਏ। ਓਕੇ ਜੀ, ਆਪਾਂ ਸਟਾਰਟ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਣਾ ਐਡਰੈਸ ਲਿਖ ਦਿਓ, ਉਸ ਤੋਂ ਬਾਅਦ ਡੇਟ ਪਾ ਦਿਓ ਤੇ ਫਿਰ ਇੱਕ ਲਾਈਨ ਛੱਡ ਕੇ ਲਿਖ ਦਿਓ ਡੀਅਰ ਰਾਜ। ਵਿਦ ਦਿਸ ਲੈਟਰ I just want to share the information about my favorite animal, that is lion। ਸੋ ਹੁਣ ਜੋ ਉੱਪਰ ਤੁਸੀਂ ਮਾਈਂਡ ਮੈਪ ਬਣਾਇਆ ਸੀ, ਸੋ ਉਹ ਸਾਰਾ ਮਾਈਂਡ ਮੈਪ ਜਿਹੜਾ ਹੈ ਇੱਥੇ ਯੂਜ਼ ਕਰ ਲਓ ਕਿ lion is a wild animal, it is just like a large cat and it lives in the jungle, it is carnivorous, it has strong 4 legs, teeth and jaws, it is helping to control the herbivore population। ਸੋ ਇਸ ਤਰ੍ਹਾਂ ਤੁਸੀਂ ਉਹਦੇ ਬਾਰੇ ਲਿਖ ਦਿੱਤਾ ਤੇ ਹੁਣ ਤੁਹਾਨੂੰ ਕਿਹਾ ਗਿਆ ਹੈ ਕਿ ਅਖੀਰ ਤੇ ਆਪਣੇ ਫਰੈਂਡ ਨੂੰ ਦੱਸਣਾ ਹੈ ਕਿ ਮਨੁੱਖ ਨੂੰ ਇਹਨਾਂ ਜਾਨਵਰਾਂ ਪੰਛੀਆਂ ਦਾ ਸ਼ਿਕਾਰ ਨਹੀਂ ਕਰਨਾ ਚਾਹੀਦਾ। ਸੋ ਇਸ ਨੂੰ ਤੁਹਾਡੇ ਲਈ ਬਿਲਕੁਲ ਸੌਖਾ ਕਰਨ ਲਈ ਸੋ ਇਹੀ ਲਾਈਨ ਜੋ ਯੈਲੋ ਬਾਕਸ ਵਿੱਚ ਉੱਪਰ ਲਿਖੀ ਹੋਈ ਹੈ ਹਿਊਮਨ ਬੀਇੰਗਸ ਤੋਂ ਮੈਂ ਉੱਥੋਂ ਸ਼ੁਰੂ ਕਰ ਦੇਣਾ। ਸੋ ਇਸ ਤਰ੍ਹਾਂ ਹੀ ਤੁਸੀਂ ਲਿਖ ਸਕਦੇ ਹੋ ਕਿ ਹਿਊਮਨ ਬੀਇੰਗਸ ਸ਼ੁੱਡ ਟਰਾਈ ਟੂ ਪ੍ਰੋਟੈਕਟ birds and animals from getting hunted by poachers so that we can preserve our ecosystem, ਤਾਂ ਕਿ ਅਸੀਂ ਕੁਦਰਤ ਦੁਆਰਾ ਬਣਾਇਆ ਗਿਆ ਜੈਵਿਕ ਚੱਕਰ ਸੁਰੱਖਿਅਤ ਰੱਖ ਸਕੀਏ। ਸੋ ਅਖੀਰ ਤੇ ਅਗਲੇ ਪੈਰ ਵਿੱਚ ਉਸ ਦਾ ਥੈਂਕਸ ਕਰ ਦਿਓ। ਥੈਂਕਸ ਫॉर ਰੀਡਿੰਗ ਦਿਸ, ਸੀ ਯੂ ਸੂਨ। ਨੀਚੇ ਲਿਖ ਦਿਓ yours sincerely, ਨੀਚੇ ਆਪਣਾ ਨਾਮ। ਓਕੇ, ਸੋ ਇਹ ਸੀ ਲੈਸਨ 11th। ਸੋ ਅਗਲੀ ਵੀਡੀਓ ਜਲਦੀ ਮਿਲਦੇ ਹਾਂ ਲੈਸਨ 12th ਮਾਰਕੋ ਪੋਲੋ।